ਪਰਵਦਗਾਰ ਅਪਾਰ ਅਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਉਹਨੇ ਉਚਾਰਿਆ ਹੈ, ਜੋ ਗੁਰੂ ਬਣ ਕੇ ਸਾਨੂੰ ਸੰਬੋਧਨ ਕਰ ਰਹੇ ਹਨ। ਆਸਾ ਰਾਗ ਦੇ ਵਿੱਚ ਹੈ। ਬਾਬਾ ਫਰੀਦ ਜੀ ਦੇ 4 ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ 112 ਸਲੋਕ ਹਨ। ਬਾਬਾ ਫਰੀਦ ਜੀ ਦੇ ਬਾਰੇ ਦੇ ਵਿੱਚ ਬਹੁਤ ਲੰਮੀਆਂ ਚੌੜੀਆਂ ਸਾਖੀਆਂ ਹਨ, ਬਹੁਤ ਜ਼ਿਆਦਾ ਘਟਨਾਵਾਂ ਹਨ ਜਿਨ੍ਹਾਂ ਨੂੰ ਆਪਾਂ ਕਰਾਮਾਤ ਕਹਿੰਦੇ ਹਾਂ। ਆਮ ਸੰਸਾਰੀ ਲੋਕ ਉਹ ਬਹੁਤ ਜ਼ਿਆਦਾ ਵਾਪਰੀਆਂ ਹਨ ਉਹਨਾਂ ਦੇ ਜੀਵਨ ਦੇ ਵਿੱਚ। ਦੱਸਦੇ ਹਨ ਕਿ ਬਚਪਨ ਦੇ ਵਿੱਚ ਹੀ ਇਹਨਾਂ ਦੀ ਮਾਤਾ ਜਿਹੜੀ ਸੀ ਬਾਬਾ ਸ਼ੇਖ ਫਰੀਦ ਜੀ ਦੀ ਧਾਰਮਿਕ ਖਿਆਲਾਂ ਵਾਲੀ ਸੀ ਔਰ ਪਹੁੰਚੀ ਹੋਈ ਰੂਹ ਸੀ। ਉਹ ਆਪਣੇ ਬੇਟੇ ਨੂੰ ਨਮਾਜ਼ ਵਾਲੇ ਪਾਸੇ ਲਾਉਣੀ ਚਾਹੁੰਦੀ ਸੀ, ਪਰਮਾਤਮਾ ਦਾ ਨਾਮ ਜਪਣ ਵਾਲੇ ਪਾਸੇ ਲਾਉਣਾ ਚਾਹੁੰਦੀ ਸੀ। ਉਸਨੇ ਆਪਣੇ ਬੇਟੇ ਨੂੰ ਜਦੋਂ 5-6 ਸਾਲਾਂ ਦਾ ਹੋਇਆ ਉਹਨੂੰ ਨਾਮ ਜਪਣਾ ਸ਼ੁਰੂ ਕਰਵਾਇਆ। ਕਹਿੰਦੀ ਬੇਟਾ, ਮੁਸਲਮਾਨਾਂ ਦੇ ਵਿੱਚ 5 ਵਕਤ ਦੀ ਨਮਾਜ਼ ਜਿਹੜੀ ਹੈ ਬਹੁਤ ਜ਼ਰੂਰੀ ਹੈ, ਇਹ ਤੂੰ ਨਮਾਜ਼ ਪੜ੍ਹਿਆ ਕਰ। ਕਹਿੰਦਾ ਮਾਤਾ, ਨਮਾਜ਼ ਪੜ੍ਹੂੰਗਾ ਤਾਂ ਫਿਰ ਕੀ ਹੋਏਗਾ। ਦੱਸਦੇ ਹਨ ਕਿ ਮਿੱਠਾ ਖਾਣ ਦਾ ਬਹੁਤ ਸ਼ੌਕੀਨ ਸੀ। ਬਾਬਾ ਫਰੀਦ ਜੀ ਜਿਹੜੇ ਸਨ ਮਿੱਠੇ ਖਾਣ ਦੇ ਬਹੁਤ ਸ਼ੌਕੀਨ ਸੀ ਬਚਪਨ ਤੋਂ ਹੀ। ਮਾਤਾ ਕਹਿਣ ਲੱਗੀ, ਜੇ ਤੂੰ ਨਮਾਜ਼ ਪੜ੍ਹੇਗਾ ਤਾਂ ਤੈਨੂੰ ਅੱਲਾ ਰੱਬ ਜੋ ਹੈ ਉਹ ਤੈਨੂੰ ਸ਼ੱਕਰ ਦੇਵੇਗਾ ਖਾਣ ਵਾਸਤੇ। ਦੱਸਦੇ ਹਨ ਵੀ ਇਹਨੇ ਰੋਜ਼ ਉੱਠ ਪੈਣਾ, 5 ਵਕਤਾਂ ਦੀ ਨਮਾਜ਼ ਜਿਹੜੀ ਸੀ ਇਹ ਅਦਾ ਕਰਨ ਲੱਗ ਪਿਆ ਮਾਤਾ ਦੇ ਨਾਲ, ਆਪਣੀ ਦੇ ਨਾਲ। ਮਾਤਾ ਨੇ ਕੀ ਕਰਨਾ, ਜਦੋਂ ਨਮਾਜ਼ ਪੜ੍ਹਨੀ ਸ਼ੁਰੂ ਕਰਨੀ ਇਹਨੇ ਅੱਖਾਂ ਮੀਟਣੀਆਂ, ਨਮਾਜ਼ ਪੜ੍ਹਨੀ ਅਤੇ ਮਾਤਾ ਨੇ 2 ਪੁੜੀਆਂ ਜਿਹੜੀਆਂ ਸੀ ਸ਼ੱਕਰ ਦੀਆਂ ਬਣਾ ਕੇ ਅਤੇ ਇਹਦੇ ਮੁਸੱਲੇ ਥੱਲੇ ਰੱਖ ਦੇਣੀਆਂ। ਇਹ ਜੋ ਪਾਠ ਕਰਨ ਲੱਗਿਆ, ਜੋ ਨਮਾਜ਼ ਪੜ੍ਹਨ ਲੱਗਿਆ ਵਿਛਾਉਂਦੇ ਹਨ, ਉਹਦੇ ਥੱਲੇ ਰੱਖ ਦੇਣੀਆਂ। ਜਦੋਂ ਇਹਨੇ ਨਮਾਜ਼ ਪੜ੍ਹ ਕੇ ਹਟਣਾ ਤਾਂ ਇਹਨੇ ਥੱਲਿਓਂ ਸ਼ੱਕਰ ਦੀਆਂ ਪੁੜੀਆਂ ਕੱਢਣੀਆਂ ਅਤੇ ਉਹ ਖਾ ਲੈਣੀਆਂ। ਇੱਕ ਦਿਨ ਦੱਸਦੇ ਹਨ ਕਿ ਮਾਤਾ ਜੀ ਸ਼ੱਕਰ ਜਿਹੜਾ ਸੀ ਰੱਖਣੀ ਭੁੱਲ ਗਈ, ਲੁਕਾ ਕੇ ਜਿਹੜੀ ਆ ਉਹਦੇ ਵਿਛਾਉਣੇ ਦੇ ਥੱਲੇ ਸ਼ੱਕਰ ਰੱਖਦੀ ਸੀ, ਉਹ ਰੱਖਣੀ ਭੁੱਲ ਗਈ। ਅਤੇ ਜਦੋਂ ਇਹ ਨਮਾਜ਼ ਪੜ੍ਹ ਰਿਹਾ ਸੀ, ਨਮਾਜ਼ ਪੜ੍ਹ ਕੇ ਉੱਠਿਆ, ਇਹਨੇ ਥੱਲਿਓਂ ਪੁੜੀਆਂ ਕੱਢੀਆਂ 2 ਅਤੇ ਫੜ ਕੇ ਖਾਣ ਡਿਆ। ਮਾਤਾ ਨੇ ਪੁੱਛਿਆ, ਪੁੱਤਰ ਜੀ ਇਹ ਕੀ ਖਾ ਰਹੇ। ਕਹਿੰਦਾ ਮਾਤਾ ਜੀ ਸ਼ੱਕਰ ਆ। ਕਿੱਥੋਂ ਲਈ ਹੈ। ਅੱਲਾਹ ਤਾਲਾ ਨੇ ਦਿੱਤੀ ਹੈ, ਰੱਬ ਨੇ ਦਿੱਤੀ, ਜਿਹੜਾ ਮੈਨੂੰ ਰੋਜ਼ ਦਿੰਦਾ, ਅੱਜ ਵੀ ਉਹਨੇ ਦਿੱਤੀ ਹੈ ਸ਼ੱਕਰ। ਮਾਤਾ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਕਿ ਮੇਰਾ ਪੁੱਤ ਜਿਹੜਾ ਹੈ ਬਹੁਤ ਸੁੱਚੀ ਰੂਹ ਹੈ, ਇਹ ਸੱਚੇ ਦਿਲੋਂ ਰੱਬ ਨੂੰ ਪਿਆਰ ਕਰਦਾ ਹੈ ਅਤੇ ਰੱਬ ਇਹਦੇ ਅੱਲਾਹ ਤਾਲਾ ਇਹਦੀ ਆਪ ਸਹਾਈ ਹੋਇਆ ਹੈ ਇਸ ਨੂੰ ਆਪਣੇ ਨਾਲ ਜੋੜਨ ਲਈ। ਹੁਣ ਇਹਨੂੰ ਭਗਤੀ ਵਾਸਤੇ ਤੋਰਨਾ ਚਾਹੀਦਾ ਹੈ। 10-12 ਸਾਲ ਦਾ ਦੱਸ 'ਤੇ ਹੋ ਗਿਆ ਜਦੋਂ ਮਾਤਾ ਕਹਿੰਦੀ ਵੀ ਤੂੰ ਜਪ ਤਪ ਕਰ, ਜਾ ਕੇ ਬਾਹਰ ਜੰਗਲਾਂ ਦੇ ਵਿੱਚ ਚਲੇ ਗਿਆ ਹੈ। ਜੰਗਲ ਦੇ ਵਿੱਚ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਭਗਤੀ ਕਰਦਿਆਂ ਕਰਦਿਆਂ ਕਾਫੀ ਸਮਾਂ ਬੀਤ ਗਿਆ ਹੈ। 12 ਸਾਲ ਦਾ ਦੱਸਦੇ ਹਨ, ਕਿਉਂਕਿ ਇੱਕ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਵੀ ਨਾਮ ਹੈ 12 ਸਾਲਾਂ ਦਾ। ਦੱਸਦੇ ਬਾਬਾ ਸ਼ੇਖ ਫਰੀਦ ਜੀ ਨੇ ਪਹਿਲੀ ਉਮਰੇ ਬਚਪਨ ਦੇ ਵਿੱਚ 10-12 ਸਾਲ ਦਾ ਸੀ, ਘਰੋਂ ਨਿਕਲ ਗਿਆ ਅਤੇ 12 ਸਾਲ ਉਹਨੇ ਉੱਥੇ ਭਗਤੀ ਕੀਤੀ। ਜੰਗਲ ਦੇ ਵਿੱਚ ਰਹਿ ਕੇ ਫਲ ਫੁੱਲ ਪੱਤੇ ਜੋ ਵੀ ਆਉਣਾ ਉਹ ਖਾਈ ਜਾਣਾ, ਭੁੱਖਿਆਂ ਰਹਿਣਾ, ਤਪੱਸਿਆ ਕਰਦੇ ਰਹਿਣਾ। ਇੱਕ ਦਿਨ ਕੀ ਹੋਇਆ ਹਨ, ਚੌਂਕੜਾ ਵੱਜਾ ਹੈ, ਪਾਠ ਆਪਣਾ ਜਾਪ ਕਰ ਰਹੇ ਹਨ। ਚਿੜੀਆਂ ਦੀ ਲਾਗੇ ਚੀਂ-ਚਹਾ ਬਹੁਤ ਜ਼ਿਆਦਾ ਪੈ ਰਹੀ ਹੈ। ਚਿੜੀਆਂ ਚੀਕ ਰਹੀਆਂ, ਬਹੁਤ ਜ਼ਿਆਦਾ ਚੀਕੂ ਚੀਕੂ ਕਰ ਰਹੀਆਂ ਹਨ। ਬਾਬਾ ਫਰੀਦ ਜੀ ਨੂੰ ਤਲਖੀ ਜੀ ਹੋਈ, ਕਹਿਣ ਲੱਗੇ ਚਿੜੀਓ ਮਰ ਜਾਓ। ਚਿੜੀਆਂ ਮਰ ਗਈਆਂ। ਸੋਚਣ ਲੱਗੇ, ਮੇਰੇ ਬਚਨਾਂ ਦੇ ਵਿੱਚ ਇੰਨੀ ਸਿੱਧੀ ਆ ਗਈ ਹੈ, ਮੈਂ ਰੱਬ ਨੂੰ ਪ੍ਰਾਪਤ ਹੋ ਚੁੱਕਾ ਹਾਂ।
ਫਿਰ ਅਜਮਾਉਣ ਵਾਸਤੇ ਕਿ ਹੁਣ ਵਾਲਾ ਜੀਂਦੀਆਂ ਕਰਕੇ ਵੇਖਦੇ ਹਾਂ। ਉਹਨੇ ਜੀਂਦੀਆਂ ਕਰਨ ਵਾਸਤੇ ਆਖਿਆ, ਚਿੜੀਓ ਜੀਪੋ, ਚਿੜੀਓ ਜਿੰਦਾ ਹੋ ਜਾਓ। ਚਿੜੀਆਂ ਉਸੇ ਵੇਲੇ ਉੱਠ ਕੇ ਜਿੰਦੀਆਂ ਹੋ ਗਈਆਂ, ਤਾਂ ਉੱਠ ਕੇ ਉੱਡ ਪਈਆਂ। ਇਹ ਗੱਲ ਵੇਖ ਕੇ ਕਹਿੰਦਾ, ਹੁਣ ਤਾਂ ਮੇਰੀ ਭਗਤੀ ਪ੍ਰਵਾਨ ਹੋ ਗਈ ਹੈ ਅਤੇ ਮੈਂ ਹੁਣ ਘਰ ਨੂੰ ਜਾਂਦਾ, ਭਗਤੀ ਤਾਂ ਮੇਰੀ ਪੂਰੀ ਹੋ ਗਈ ਆ। ਘਰ ਨੂੰ ਤੁਰ ਪਿਆ ਹੈ। ਰਸਤੇ ਵਿੱਚ, ਘਰ ਕਾਫੀ ਦੂਰ ਹੈ, ਰਸਤੇ ਵਿੱਚ ਆਉਂਦਿਆਂ ਇੱਕ ਖੂਹ ਦੇ ਉੱਤੇ ਇੱਕ ਬੀਬੀ ਜਿਹੜੀ ਹੈ ਪਾਣੀ ਕੱਢ ਕੇ ਖੂਹ 'ਚੋਂ ਤਾਂ ਉਹ ਬਾਲਟੀਆਂ ਬਾਹਰ ਸੁੱਟੀ ਜਾ ਰਹੀ ਹੈ। ਇਹਨੂੰ ਪਿਆਸ ਲੱਗ ਗਈ ਬਹੁਤ ਜ਼ਿਆਦਾ। ਬਾਬਾ ਫਰੀਦ ਜੀ ਨੂੰ ਬਹੁਤ ਜ਼ਿਆਦਾ ਪਿਆਸ ਲੱਗ ਗਈ। ਕਹਿਣ ਲੱਗੇ, ਬੀਬੀ ਜੀ ਮੈਂ ਪਿਆਸਾ, ਮੈਨੂੰ ਪਾਣੀ ਪਿਆ ਦਿਓ। ਬੀਬੀ ਨੇ ਕੋਈ ਗੱਲ ਨਹੀਂ ਸੁਣੀ। ਫਿਰ ਖੂਹ ਦੇ ਵਿੱਚ ਬਾਲਟੀ ਸੁੱਟੀ ਹੈ ਭਰ ਕੇ, ਤਾਂ ਫਿਰ ਹਵਾ ਦੇ ਵਿੱਚ ਉਛਾਲ ਦਿੰਦੀ ਹੈ। ਦੂਜੀ ਵਾਰੀ ਫਿਰ, ਤੀਜੀ ਵਾਰੀ ਫਿਰ ਤਲਖੀ 'ਚ ਆ ਗਿਆ। ਕਹਿੰਦਾ, ਬੀਬੀ ਜੀ ਮੈਨੂੰ ਪਿਆਸ ਲੱਗੀ ਹੈ, ਮੈਂ ਤੁਹਾਨੂੰ ਕਿੰਨੀ ਵਾਰੀ ਆਖ ਚੁੱਕਾ ਹਾਂ ਕਿ ਮੈਨੂੰ ਪਾਣੀ ਪਿਆ ਦਿਓ। ਮੈਨੂੰ ਪਾਣੀ ਨਹੀਂ ਪਿਆ ਰਹੇ ਤਾਂ ਤੁਸੀਂ ਧਰਤੀ 'ਤੇ ਡੋਲੀ ਜਾਣ ਡੇ, ਦੂਰ ਸੁੱਟੀ ਜਾਣ ਡੇ ਜੇ, ਹਵਾ ਵਿੱਚ ਉਡਾਈ ਜਾਣ ਡੇ ਜੇ ਪਾਣੀ ਨੂੰ। ਬੀਬੀ ਕਹਿਣ ਲੱਗੀ, ਉਹ ਉੱਥੇ ਛਾਵੇਂ ਪਾਸੇ ਹੋ ਕੇ ਬੈਠ ਜਾਓ। ਇਹ ਚਿੜੀਆਂ ਨਹੀਂ ਜਿਹੜੀਆਂ ਮਰ ਜਾਣਗੀਆਂ ਤੁਹਾਡੇ ਕਹਿਣ ਦੇ ਉੱਤੇ, ਅਤੇ ਤੁਹਾਡੇ ਕਹਿਣ ਦੇ ਉੱਤੇ ਜੀ ਪੈਣਗੀਆਂ। ਪਿੱਛੇ ਹੋ ਕੇ ਬੈਠ ਜਾਓ। ਮੇਰੀ ਭੈਣ ਦੇ ਘਰ ਨੂੰ ਇੱਥੋਂ 12 ਕੋ ਦੂਰ ਮੇਰੀ ਭੈਣ ਦਾ ਘਰ ਆ, ਉਹਨੂੰ ਅੱਗ ਲੱਗੀ ਹੋਈ ਹੈ, ਮੈਂ ਉਹ ਅੱਗ ਬੁਝਾ ਲਾਂ ਪਹਿਲੋਂ, ਫਿਰ ਮੈਂ ਤੁਹਾਨੂੰ ਪਾਣੀ ਦੇਣੀ ਹੈ। ਦੱਸਦੇ ਹਨ ਕਿ ਉਹ ਬਾਬਾ ਫਰੀਦ ਜੀ ਹੈਰਾਨ ਹੋ ਗਏ ਕਿ ਇਹਨੂੰ ਮੇਰੀਆਂ ਚਿੜੀਆਂ ਮਾਰਨ ਦਾ ਅਤੇ ਜਿਵਾਉਣ ਦਾ ਵੀ ਪਤਾ ਲੱਗ ਗਿਆ, ਅਤੇ ਇਹਦੇ ਕੋਲ ਕਿਹੜੀ ਸਿੱਧੀ ਹੈ, ਅਤੇ ਮੇਰੇ ਨਾਲ ਕਿਤੇ ਅੱਗੇ ਆ। ਇਹਦੇ ਕੋਲ ਕਿਹੜੀ ਸਿੱਧੀ ਹੈ ਜਿਹੜੀ ਆਪਣੇ ਭੈਣ ਦੇ ਘਰ ਦੀ ਅੱਗ ਵੀ ਬੁਝਾ ਰਹੀ ਹੈ, ਐਡੀ ਦੂਰ ਜਾ ਕੇ, ਐਡੀ ਦੂਰੋਂ ਅੱਗ ਬੁਝ ਰਹੀ ਹੈ ਇਹਦੀ ਭੈਣ ਦੇ ਘਰ ਦੀ। ਬੈਠ ਗਏ ਆ, ਛਾਵੇਂ ਬੈਠ ਗਏ ਆ। ਉਹ ਬੀਬੀ ਨੇ ਕੋਈ 2 ਮਿੰਟ, 10 ਮਿੰਟ, 20 ਮਿੰਟ ਪਾਣੀ ਛੁੱਟਿਆ। ਸਮਝਾਉਣਾ ਤਾਂ ਇਸ ਨੂੰ ਹੀ ਸੀ। ਪਾਣੀ ਹਵਾ ਦੇ ਵਿੱਚ ਉਡਾਇਆ। ਫਿਰ ਇਹਦੇ ਲਈ ਬਾਲਟੀ 'ਚ ਪਾਣੀ ਪਾ ਕੇ ਅਤੇ ਉਸ ਦਰਖਤ ਦੇ ਥੱਲੇ ਆ ਕੇ ਕਹਿੰਦੀ, ਲਓ ਹੁਣ ਪਾਣੀ ਪੀਓ। ਕਹਿੰਦਾ, ਪਾਣੀ ਹੁਣ ਮੈਂ ਫੇਰ ਪੀਊਂਗਾ। ਪਹਿਲੋਂ ਇਹ ਦੱਸੋ ਬੀਬੀ ਜੀ ਕਿ ਇਹ ਸਿੱਧੀ ਤੁਸੀਂ ਕਿਵੇਂ ਪ੍ਰਾਪਤ ਕੀਤੀ? ਤੁਹਾਡੇ 'ਤੇ ਇੰਨੀ ਕਿਰਪਾ ਕਿਵੇਂ ਹੋ ਗਈ? ਤੁਸੀਂ ਮੇਰੇ ਨਾਂ ਨੂੰ ਵੀ ਜਾਣਦੇ ਜੇ। ਤੁਸੀਂ ਮੈਨੂੰ ਫਰੀਦਾ ਕਹਿ ਕੇ ਆਵਾਜ਼ ਮਾਰੀ ਵੀ ਫਰੀਦਾ, ਇਹ ਚਿੜੀਆਂ ਨਹੀਂ ਜਿਹੜੀਆਂ ਮਰ ਜਾਣਗੀਆਂ, ਜੀ ਜਾਣਗੀਆਂ। ਤੁਸੀਂ ਮੇਰਾ ਨਾਂ ਵੀ ਜਾਣਦੇ ਜੇ। ਤੁਸੀਂ ਚਿੜੀਆਂ ਮਾਰੀ ਵਾਲੀ ਘਟਨਾ ਨੂੰ ਵੀ ਜਾਣਦੇ ਜੇ। ਤੁਸੀਂ 20 ਕਿਲੋਮੀਟਰ ਦੂਰ ਜਾ ਕੇ ਤਾਂ ਆਪਣੀ ਭੈਣ ਦੇ ਘਰ ਨੂੰ ਲੱਗੀ ਹੋਈ ਅੱਗ ਵੀ ਬੁਝਾ ਰਹੇ ਜੇ। ਤੁਹਾਨੂੰ ਇਹ ਸਿੱਧੀਆਂ ਕਿਵੇਂ ਪਤਾ ਲੱਗੀਆਂ? ਬਾਬਾ ਫਰੀਦ ਜੀ ਨੇ ਪੁੱਛਿਆ। ਉਹ ਬੀਬੀ ਕਹਿਣ ਲੱਗੀ ਵੀ ਮੈਂ ਆਪਣੇ ਪਤੀ ਦੀ ਆਗਿਆਕਾਰ ਹਾਂ। ਮੈਂ ਆਪਣੇ ਪਤੀ ਦੇ ਹੁਕਮ ਵਿੱਚ ਰਹਿੰਦੀ ਹਾਂ। ਮੈਂ ਆਪਣੇ ਪਤੀ ਨੂੰ ਪਰਮੇਸ਼ਰ ਜਾਣਦੀ ਹਾਂ। ਉਹਨਾਂ ਦਾ ਜਿਹੜਾ ਵੀ ਹੁਕਮ ਹੋਵੇ ਮੈਂ ਉਹ ਸਿਰ ਮੱਥੇ ਮੰਨਦੀ ਹਾਂ। ਮੈਂ ਕਦੀ ਵੀ ਉਹਨਾਂ ਨੂੰ ਕਿਸੇ ਵੀ ਕੰਮ ਤੋਂ ਨਾਂਹ ਨਹੀਂ ਕੀਤੀ। ਮੈਂ ਹਮੇਸ਼ਾ ਨੀਵਿਆਂ ਹੋ ਕੇ ਉਹਨਾਂ ਨੂੰ ਪਤੀ ਪਰਮੇਸ਼ਰ ਸਮਝ ਕੇ ਉਹਨਾਂ ਦੀ ਸੇਵਾ ਕਰਦੀ ਹਾਂ। ਮੈਂ ਕਦੀ ਕਿਸੇ ਦਾ ਦਿਲ ਨਹੀਂ ਦਿਖਾਉਂਦੀ, ਕਦੀ ਕਿਸੇ ਨੂੰ ਮੰਦਾ ਨਹੀਂ ਬੋਲਦੀ। ਇਸ ਕਰਕੇ ਮੇਰੇ ਕੋਲ ਇਹ ਪਾਵਰਾਂ ਆ ਗਈਆਂ ਹਨ। ਫਿਰ ਦੱਸਦੇ ਪਾਣੀ ਪੀਣ ਲੱਗ ਪਏ। ਬਾਬਾ ਫਰੀਦ ਜੀ ਨੇ ਓਕ ਬਣਾ ਕੇ, ਓਕ ਕਹਿੰਦੇ ਹਨ ਜਦੋਂ ਬੁੱਕ ਬਣਾ ਕੇ ਤਾਂ ਮੂੰਹ ਨੂੰ ਲਾ ਲਈਦਾ ਆ ਬਿਨਾਂ ਬਰਤਨ ਤੋਂ ਹੀ, ਅਤੇ ਉੱਤੋਂ ਬਾਲਟੀ ਨਾਲ ਬੀਬੀ ਪਾਣੀ ਪਾਈ ਗਈ ਅਤੇ ਇਹ ਬਾਬਾ ਫਰੀਦ ਜੀ ਪਾਣੀ ਪੀਵੀ ਗਏ ਆ। ਦੱਸਦੇ ਨਾ ਪਾਣੀ ਮੁੱਕਣ 'ਚ ਆ ਰਿਹਾ ਅਤੇ ਨਾ ਬਾਬਾ ਫਰੀਦ ਜੀ ਦੀ ਪਿਆਸ ਹੀ ਮਿਟ ਰਹੀ ਹੈ। ਪਾਣੀ ਪੀਂਦਿਆਂ ਬਾਬਾ ਫਰੀਦ ਜੀ ਦੀ ਸੁਰਤੀ ਜਿਹੜੀ ਸੀ ਉਹ ਉੱਪਰ ਨੂੰ ਚੜ੍ਹ ਗਈ। ਆਨੰਦਿਤ ਹੋ ਗਏ, ਬਹੁਤ ਜ਼ਿਆਦਾ ਆਨੰਦਿਤ ਹੋ ਗਏ। ਮਸਤੀ ਦੇ ਵਿੱਚ, ਪਰਮਾਤਮਾ ਦੇ ਆਨੰਦ ਦੇ ਵਿੱਚ ਆ ਗਏ। ਜਦੋਂ ਉਹਨਾਂ ਨੇ ਅੱਖਾਂ ਖੋਲ੍ਹ ਕੇ ਵੇਖੀਆਂ, ਨਾ ਉਹ ਕੂਟਾ ਨਾ ਪਨਹਾਰੀ, ਉੱਥੇ ਕੁਛ ਵੀ ਨਹੀਂ ਹੈ। ਸਾਰਾ ਕੁਛ ਹੀ ਜਿਹੜਾ ਹੈ ਉੱਥੋਂ ਗਾਇਬ ਹੋ ਚੁੱਕਾ ਹੈ। ਅਤੇ ਬਾਬਾ ਫਰੀਦ ਜੀ ਨੇ ਫਿਰ ਵਿਚਾਰ ਕੀਤਾ ਕਿ ਇਹ ਕੀ ਕੌਤਕ ਆ। ਫਿਰ ਉਹਨਾਂ ਨੇ ਸੋਚਿਆ ਕਿ ਇਹ ਬੀਬੀ ਤਾਂ ਕੋਈ ਮਾਇਆ ਦਾ ਰੂਪ ਸੀ ਜਿਹੜੀ ਮੈਨੂੰ ਸਮਝਾਉਣ ਵਾਸਤੇ ਆਈ ਸੀ ਕਿ ਆਪਣੇ ਅਕਾਲ ਪੁਰਖ ਨੂੰ ਪਤੀ ਪਰਮੇਸ਼ਰ ਜਾਣੋ ਅਤੇ ਉਸ ਦੀ ਆਗਿਆ ਦੇ ਵਿੱਚ ਰਵੋ। ਇਹ ਤਾਂ ਮੈਨੂੰ ਸਮਝਾ ਕੇ ਚਲੇ ਗਈ ਹੈ। ਸੋ ਬਾਬਾ ਜੀ ਘਰ ਆਏ ਨੇ। ਘਰ ਆ ਕੇ ਫਿਰ ਇਹਨਾਂ ਨੇ ਮਾਤਾ ਜੀ ਨੂੰ ਮਿਲੇ ਆ। ਮਾਤਾ ਜੀ ਬੜੀ ਖੁਸ਼ ਹੋਈ ਕਿਉਂਕਿ 10-12 ਸਾਲ ਦਾ ਭੇਜਿਆ ਸੀ, 22-23 ਸਾਲ ਦਾ, 22-24 ਸਾਲ ਦਾ ਹੋ ਕੇ ਜਵਾਨ ਹੋ ਕੇ ਘਰ ਆਇਆ।
ਮਾਤਾ ਨੂੰ ਬਹੁਤ ਜ਼ਿਆਦਾ ਚਾਅ ਚੜ੍ਹ ਗਿਆ। ਮਾਤਾ ਨੇ ਇਸ ਨੂੰ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਵਗੈਰਾ ਪਵਾਏ ਅਤੇ ਇਹ ਗੋਦੀ 'ਚ ਸਿਰ ਰੱਖ ਕੇ ਬੈਠ ਗਿਆ ਆ। ਮਾਤਾ ਇਹਦਾ ਸਿਰ ਵਾਹੁਣ ਲੱਗੀ ਹੈ ਅਤੇ ਜਦੋਂ ਸਿਰ ਵਾਹੁਣ ਲੱਗੀ ਹੈ ਅਤੇ ਕੰਘੀ ਦੇ ਨਾਲ ਇਹਦੇ ਵਾਲ ਪੁੱਟੇ ਗਏ, ਕਿਉਂਕਿ ਵਾਲ ਜੂੜੇ ਸੀ। ਕੰਘੀ ਦੇ ਨਾਲ ਪੁੱਟੇ ਗਏ ਜਦੋਂ, ਤੇ ਇਹਦੀ ਚੀਸ ਨਿਕਲੀ ਜਿਵੇਂ ਵਾਲ ਪੁੱਟਦਿਆਂ ਦਰਦ ਹੁੰਦੀ ਹੈ। ਇਹਨੇ ਦਰਦ ਮਹਿਸੂਸ ਕੀਤਾ। ਮਾਤਾ ਕਹਿਣ ਲੱਗੀ, ਜਿਨ੍ਹਾਂ ਦਰਖਤਾਂ ਦੇ ਫਲ ਅਤੇ ਪੱਤੇ ਤੋੜ ਕੇ ਖਾਂਦੇ ਸੀ ਪੁੱਤਰ ਜੀ ਤੁਸੀਂ, ਉਹਨਾਂ ਨੂੰ ਨਾ ਪੀੜ ਹੁੰਦੀ ਹੋਏਗੀ। ਤੁਸੀਂ ਉਹਨਾਂ ਦੇ ਪੱਤੇ ਤੋੜਨ ਲੱਗਿਆ, ਤੁਸੀਂ ਉਹਨਾਂ ਦੇ ਫਲ ਤੋੜਨ ਲੱਗਿਆ ਨਹੀਂ ਸੋਚਿਆ ਕਿ ਉਹਨਾਂ ਨੂੰ ਕਿੰਨੀ ਪੀੜ ਹੁੰਦੀ ਹੋਏਗੀ। ਤੇਰਾ ਤਾਂ ਇੱਕ ਵਾਲ ਪੁੱਟਿਆ ਗਿਆ ਮਾੜਾ ਜਿਹਾ, ਤਾਂ ਤੁਸੀਂ ਇੰਨੇ ਚੀਸ ਭਰੀ ਹੈ। ਦੱਸਦੇ ਹਨ ਕਿ ਉਹ ਫਿਰ ਉਸ ਤੋਂ ਬਾਅਦ ਫਿਰ ਕਹਿੰਦੇ ਆ ਨਾ ਵੀ ਭਗਤੀ ਨੂੰ ਤੁਰਿਆ 12 ਸਾਲ, ਫਿਰ ਕਹਿੰਦੇ 36 ਸਾਲ ਦੱਸਦੇ ਆ ਵੀ ਇਸ ਤਰ੍ਹਾਂ ਬਾਰ-ਬਾਰ ਉਹਨਾਂ ਨੂੰ ਜਾਣਾ ਪਿਆ ਭਗਤੀ ਕਰਨ। ਕਹਿੰਦੇ ਹਨ, ਇਤਿਹਾਸ 'ਚੋਂ ਕੋਈ ਨਹੀਂ ਪੜ੍ਹਿਆ, ਸੁਣਿਆ ਹੈ। ਪਰ ਉਸ ਤੋਂ ਬਾਅਦ ਫਿਰ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਵੀ ਬੇਟਾ ਹੁਣ ਤੁਸੀਂ ਗੁਰੂ ਧਾਰਨ ਕਰੋ, ਕਿਉਂਕਿ ਮੇਰੀ ਜਿੰਨੀ ਸਿੱਖਿਆ ਸੀ ਮੈਂ ਜਿੱਥੋਂ ਤੱਕ ਪਹੁੰਚਾ ਸਕਦੀ ਸਾਂ ਤੁਹਾਨੂੰ ਪਹੁੰਚਾਈ ਹੈ। ਹੁਣ ਤੁਸੀਂ ਗੁਰੂ ਧਾਰਨ ਕਰੋ ਅਤੇ ਗੁਰੂ ਧਾਰਨ ਕਰਨ ਤੋਂ ਬਾਅਦ ਜਿਹੜਾ ਆ ਉਹ ਤੁਹਾਨੂੰ ਪੂਰਨ ਤੌਰ 'ਤੇ ਪਰਮਾਤਮਾ ਦੇ ਦਰਸ਼ਨ ਹੋਣਗੇ। ਫਿਰ ਬਾਬਾ ਫਰੀਦ ਜੀ ਨੇ ਗੁਰੂ ਧਾਰਨ ਕੀਤਾ। ਗੁਰੂ ਧਾਰਨ ਕਰਕੇ ਅਤੇ ਫਿਰ ਮਲਤਾਨ ਦੇ ਵਿੱਚ ਵਾਪਸ ਆ ਗਏ, ਕਿਉਂਕਿ ਮਲਤਾਨ ਜ਼ਿਲ੍ਹਾ ਸੀ, ਪਿੰਡ ਲਾਗੇ ਕੋਤਵਾਲ ਪਿੰਡ ਸੀ ਸ਼ਾਇਦ ਇਹਨਾਂ ਦਾ, ਮਲਤਾਨ ਜ਼ਿਲ੍ਹੇ ਦੇ ਵਿੱਚ। ਇਹਨਾਂ ਨੂੰ ਸ਼ੇਖ ਫਰੀਦ ਗੜ੍ਹ ਸ਼ੱਕਰ ਵੀ ਕਹਿੰਦੇ ਹਨ, ਕਿਉਂਕਿ 2 ਕਾਰਨ ਹਨ। ਇੱਕ ਤਾਂ ਦੱਸਦੇ ਆ ਵੀ ਜਦੋਂ ਇਹਨਾਂ ਨੂੰ ਸ਼ੱਕਰ ਜਿਹੜੀ ਸੀ, ਇਹ ਸ਼ੱਕਰ ਦੇ ਬਹੁਤ ਜ਼ਿਆਦਾ ਸ਼ੌਕੀਨ ਸੀ। ਇਹ ਸ਼ੱਕਰ ਬਹੁਤ ਖਾਂਦੇ ਸੀ, ਤਾਂ ਕਰਕੇ ਵੀ ਇਹਨਾਂ ਨੂੰ ਗੜ੍ਹ ਸ਼ੱਕਰ ਕਹਿੰਦੇ ਆ। ਦੂਸਰਾ, ਇਹਨਾਂ ਦੀ ਬੋਲੀ ਵੀ ਸ਼ੱਕਰ ਵਰਗੀ ਮਿੱਠੀ ਸੀ, ਤਾਂ ਕਰਕੇ ਵੀ ਇਹਨਾਂ ਨੂੰ ਬਾਬਾ ਫਰੀਦ ਜੀ ਨੂੰ ਗੜ੍ਹ ਸ਼ੱਕਰ ਕਹਿੰਦੇ ਹਨ। ਇਹਨਾਂ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਲੋਕ ਸ਼ੇਖ ਫਰੀਦ ਕੇ ਜਿਹੜੇ ਹਨ ਬਹੁਤ ਵਿਰਾਗਮਈ ਹਨ। ਭੋਗ ਦੇ ਸਮੇਂ ਤੋਂ ਪਹਿਲਾਂ ਇਹ ਪੜ੍ਹੇ ਜਾਂਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਇਹਨਾਂ ਦਾ ਜਨਮ ਕੋਈ 1175 ਦੇ ਲਾਗੇ ਚਾਗੇ ਹੋਇਆ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਹੜੇ ਇਹਨਾਂ ਦੇ ਤੀਜੇ ਥਾਂ 'ਤੇ ਜਾਨਸ਼ੀਨ ਸਨ ਬਾਬਾ ਫਰੀਦ ਜੀ ਦੀ ਜਗ੍ਹਾ ਦੇ ਉੱਤੇ, ਉਹ ਮਿਲੇ ਆ ਬਾਅਦ ਦੇ ਵਿੱਚ ਇਹਨਾਂ ਨੂੰ, ਗੁਰੂ ਨਾਨਕ ਪਾਤਸ਼ਾਹ ਜੀ ਨੂੰ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਦੀ ਬਾਣੀ ਲਈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਇਹ ਪੰਜਾਬੀ ਦੇ ਮੇਨ ਸੂਫੀ ਕਵੀਆਂ ਦੇ ਵਿੱਚੋਂ, ਪਹਿਲੇ ਕਵੀਆਂ ਦੇ ਵਿੱਚੋਂ ਇੱਕ ਹਨ। ਪੰਜਾਬੀ ਨੂੰ ਇਹਨਾਂ ਨੂੰ ਹੋਰ ਵੀ ਪਸ਼ਤੋਂ, ਅਰਬੀ, ਫਾਰਸੀ, ਉਰਦੂ, ਹੋਰ ਵੀ ਬਹੁਤ ਭਾਸ਼ਾਵਾਂ ਆਉਂਦੀਆਂ ਸਨ। ਬਹੁਤ ਵੱਡੇ ਰਾਜ ਘਰਾਣੇ ਦੇ ਨਾਲ ਸੰਬੰਧ ਰੱਖਦੇ ਸਨ। ਪਿਤਾ ਜੀ ਦੀ ਛੋਟੀ ਉਮਰ ਦੇ ਵਿੱਚ ਹੀ ਡੈਥ ਹੋ ਗਈ ਸੀ ਇਹਨਾਂ ਦੀ। ਇਹਨਾਂ ਨੂੰ ਕਾਫੀ ਭਾਸ਼ਾ ਆਉਂਦੀਆਂ ਸਨ, ਪਰ ਪੰਜਾਬੀ ਨਾਲ ਇਹਨਾਂ ਦਾ ਖਾਸ ਲਗਾਵ ਸੀ। ਪੰਜਾਬੀ ਦੇ ਨਾਲ ਲਗਾਵ ਹੋਣ ਕਰਕੇ ਇਹਨਾਂ ਨੇ ਪੰਜਾਬੀ ਦੇ ਵਿੱਚ ਆਪਣੀ ਬਾਣੀ ਰਚਿਤ ਕੀਤੀ, ਜੋ ਗੁਰੂ ਨਾਨਕ ਸਾਹਿਬ ਜੀ ਇਹਨਾਂ ਕੋਲੋਂ ਲੈ ਕੇ ਆਏ, ਇਹਨਾਂ ਦੇ ਚੇਲਿਆਂ ਕੋਲੋਂ ਲੈ ਕੇ ਆਏ, ਤੀਜੀ ਪੀੜ੍ਹੀ ਕੋਲੋਂ ਲੈ ਕੇ ਆਏ। ਉਹ ਅਕਾਲ ਪੁਰਖ ਨੂੰ ਸੰਬੋਧਿਤ ਹੋਣ ਕਰਕੇ, ਅਕਾਲ ਪੁਰਖ ਦੇ ਨਾਲ ਅਭੇਦ ਹੋਣ ਕਰਕੇ ਉਹ ਬਾਣੀ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਉਹ ਬਾਣੀ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਇਹਨਾਂ ਨੂੰ ਸਦੀਵੀ ਤੌਰ 'ਤੇ ਬਾਬਾ ਫਰੀਦ ਜੀ ਨੂੰ ਗੁਰੂ ਦਾ ਦਰਜਾ ਦੇ ਦਿੱਤਾ। ਸੋ ਇਹ ਬਾਬਾ ਫਰੀਦ ਜੀ ਦੀ ਇੱਕ ਛੋਟੀ ਜਿਹੀ ਟੂਕ ਮਾਤਰ ਕਹਾਣੀ ਸੀ ਜੋ ਮੈਂ ਆਪ ਜੀ ਦੇ ਰੂਬਰੂ ਕੀਤੀ ਹੈ। ਬਾਬਾ ਫਰੀਦ ਜੀ ਫਰੀਦਕੋਟ ਦੇ ਟਿੱਲੇ ਦੇ, ਫਰੀਦਕੋਟ ਵੀ ਆਏ ਹਨ। ਫਰੀਦਕੋਟ ਬਾਬਾ ਫਰੀਦ ਜੀ ਦੇ ਨਾਂ ਤੋਂ ਹੀ ਪਿਆ ਹੈ। ਉੱਥੇ ਵੀ ਬਾਬਾ ਫਰੀਦ ਦਾ ਟਿੱਲਾ ਅਜੇ ਵੀ ਵੱਜਦਾ ਹੈ। ਇੱਥੇ ਵੀ ਦੱਸਦੇ, ਜਦੋਂ ਰਾਜਾ ਜਿਹੜਾ ਸੀ, ਇਹ ਫਰੀਦਕੋਟੀਆ ਰਾਜਾ ਜੋ ਸੀ, ਇੱਥੇ ਬਣਾ ਰਿਹਾ ਸੀ, ਆਪਣਾ ਕਿਲ੍ਹਾ ਬਣਾ ਰਿਹਾ ਸੀ। ਜਦੋਂ ਕਿਲ੍ਹੇ ਨੂੰ ਬਣਾਉਣ ਲੱਗੇ ਸੀ ਅਤੇ ਉਹਨੇ ਲੇਬਰ ਚੁੱਕ ਕੇ, ਜਿਹੜੀ ਸੀ ਲੇਬਰ ਜੋ ਵੀ ਉੱਥੇ ਚੱਲਦੇ ਫਿਰਦੇ ਸੀ, ਸਾਰਿਆਂ ਨੂੰ ਉਹ ਕਿਲ੍ਹੇ ਦੇ ਵਿੱਚ ਮਿੱਟੀ ਸੁੱਟਣ ਵਾਸਤੇ, ਕਿਲ੍ਹੇ ਦੇ ਵਿੱਚ ਇੱਟਾਂ ਸੁੱਟਣ ਵਾਸਤੇ ਜੋ ਸੀ ਉਹ ਸੱਦ ਲਿਆ ਸੀ। ਅਤੇ ਬਾਬਾ ਫਰੀਦ ਜੀ ਨੂੰ ਵੀ ਉਹਨਾਂ ਲੋਕਾਂ ਦੇ ਵਿੱਚ ਹੀ ਲੇਬਰ ਕਰਨ ਵਾਸਤੇ ਡਾਹ ਦਿੱਤਾ ਜ਼ਬਰਦਸਤੀ। ਦੱਸਦੇ ਹਨ ਕਿ ਜਦੋਂ ਟੋਕਰੀ ਚੁੱਕੀ ਜਾ ਰਹੇ ਸਨ, ਟੋਕਰੀ 2-2 ਹੱਥ ਜਿਹੜੀ ਸੀ ਉਹ ਉੱਪਰ ਜਾ ਰਹੀ ਸੀ ਇਹਨਾਂ ਦੇ ਸਿਰ ਦੇ ਉੱਤੋਂ। ਫਿਰ ਉਹ ਰਾਜੇ ਨੇ ਆ ਕੇ ਪੈਰੀਂ ਪੈ ਕੇ ਅਤੇ ਉਹ ਜਿਹੜਾ ਫਰੀਦਕੋਟ ਦਾ ਜਿਹੜਾ ਕਿਲ੍ਹਾ ਬਣ ਰਿਹਾ ਸੀ, ਜਿਹੜਾ ਫਰੀਦਕੋਟ ਸ਼ਹਿਰ ਵਸਾਇਆ ਜਾ ਰਿਹਾ ਸੀ, ਉਸ ਦਾ ਨਾਂ ਹੀ ਫਰੀਦਕੋਟ ਰੱਖ ਦਿੱਤਾ ਉਸ ਰਾਜੇ ਨੇ, ਇਹਨਾਂ ਦੇ ਨਾਂ ਦੇ ਉੱਤੇ ਰੱਖ ਦਿੱਤਾ। ਇਸ ਤਰ੍ਹਾਂ ਹੋਰ ਵੀ ਬੇਅੰਤ ਸਾਖੀਆਂ ਹਨ ਜੋ ਬਾਬਾ ਫਰੀਦ ਜੀ ਦੇ ਨਾਂ ਦੇ ਉੱਤੇ ਆਉਂਦੀਆਂ ਹਨ। ਉਹ ਅੱਜ ਦਾ ਇੰਨਾ ਹੀ ਬਹੁਤ ਹੈ। ਸਾਧ ਸੰਗਤ ਜੀ, ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।